हाँ जी, एजुकेशन ਦਾ ਗਿਆਨ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅੱਜ ਦਾ ਆਪਣਾ ਜਿਹੜਾ ਵਿਸ਼ਾ ਗਾ ਉਹ ਹੈ ਆਧੁਨਿਕ ਕਵੀ ਪ੍ਰੋਫੈਸਰ ਪੂਰਨ ਸਿੰਘ, ਜੋ ਕਿ ਪੰਜਾਬੀ ਅਤੇ ਪੰਜਾਬੀਅਤ ਦੇ ਕਵੀ ਹੋਏ ਨੇ। ਉਹਨਾਂ ਨਾਲ ਸੰਬੰਧਿਤ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਜੋ ਕਿ ਹਰ ਵਾਰ ਪੇਪਰ ਦੇ ਵਿੱਚ ਪੁੱਛੇ ਜਾਂਦੇ ਹਨ। ਚਲੋ ਆਪਾਂ ਬਹੁਤਾ ਸਮਾਂ ਨਾ ਲੈਂਦੇ ਹੋਏ ਸ਼ੁਰੂ ਕਰਦੇ ਹਾਂ। ਪ੍ਰੋਫੈਸਰ ਪੂਰਨ ਸਿੰਘ ਨਾਲ ਸੰਬੰਧਿਤ ਪਹਿਲਾ ਪ੍ਰਸ਼ਨ। ਹਾਂਜੀ, ਪ੍ਰੋਫੈਸਰ ਪੂਰਨ ਸਿੰਘ ਦਾ ਜਿਹੜਾ ਜੀਵਨ ਕਾਲ ਰਿਹਾ ਗਾ ਉਹ ਰਿਹਾ ਗਾ 1881 ਤੋਂ ਲੈ ਕੇ 1931 ਤੱਕ ਦਾ ਸਮਾਂ। ਪਹਿਲੇ ਦੌਰ ਦਾ ਇਹ ਕਵੀ ਹੋਇਆ ਗਾ। ਪੰਜਾਬੀ ਦੇ ਰੋਮਾਂਸਵਾਦੀ ਕਵੀ ਦੇ ਦੌਰ ਨਾਲ ਜਾਣਿਆ ਜਾਂਦਾ ਗਾ। ਪੰਜਾਬੀ ਦੇ ਰੋਮਾਂਸਵਾਦੀ ਕਵੀ ਦੇ ਦੌਰ ਦੇ ਨਾਲ ਕਿਹੜੇ ਕਵੀ ਨੂੰ ਜਾਣਿਆ ਜਾਂਦਾ ਗਾ? ਪ੍ਰੋਫੈਸਰ ਪੂਰਨ ਸਿੰਘ ਨੂੰ। ਇਸ ਨੂੰ ਪੰਜਾਬ ਦਾ ਛੇਵਾਂ ਦਰਿਆ ਹੋਣ ਦਾ ਮਾਣ ਪ੍ਰਾਪਤ ਹੈ। ਪੁੱਛਿਆ ਜਾ ਸਕਦਾ ਗਾ ਪੰਜਾਬ ਦਾ ਛੇਵਾਂ ਦਰਿਆ ਹੋਣ ਦਾ ਮਾਣ ਕਿਸ ਕਵੀ ਨੂੰ ਪ੍ਰਾਪਤ ਹੋਇਆ ਹੈ? ਤਾਂ ਉਹ ਹੈ ਪ੍ਰੋਫੈਸਰ ਪੂਰਨ ਸਿੰਘ। ਪਰ ਵੈਰੀ ਇੰਪੋਰਟੈਂਟ ਹੈ ਇਹ। ਛੰਦ ਮੁਕਤ ਕਵਿਤਾ ਲਿਖਣ ਦਾ ਮੋਢੀ ਕੌਣ ਹੈ? ਉਹ ਵੀ ਹੈ ਪ੍ਰੋਫੈਸਰ ਪੂਰਨ ਸਿੰਘ। ਛੰਦ ਮੁਕਤ ਕਵਿਤਾ ਲਿਖਣ ਦਾ ਮੋਢੀ। ਅਤੇ ਇਸ ਛੰਦ ਨੂੰ ਉਹ ਹੋਰ ਕਿਹੜਾ ਨਾਂ ਦਿੰਦਾ ਗਾ? ਸੈਲਾਨੀ ਛੰਦ ਦਾ ਨਾਂ ਦਿੰਦਾ ਗਾ। ਛੰਦਬੰਦੀ ਨੂੰ ਪ੍ਰੋਫੈਸਰ ਪੂਰਨ ਸਿੰਘ ਕੀ ਕਹਿੰਦਾ ਗਾ? ਨਵਾਬੀ ਜੁੱਤੀ ਦੀ ਕੈਦ। ਛੰਦਬੰਦੀ ਨੂੰ ਕੀ ਨਾਮ ਦਿੱਤਾ ਜਾਂਦਾ ਗਾ? ਪ੍ਰੋਫੈਸਰ ਪੂਰਨ ਸਿੰਘ ਦੁਆਰਾ ਪੁੱਛਿਆ ਜਾ ਸਕਦਾ ਕੁਐਸਚਨ ਤਾਂ ਉਹ ਦਿੰਦਾ ਗਾ ਨਵਾਬੀ ਜੁੱਤੀ ਦੀ ਕੈਦ। ਪੰਜਾਬੀ ਅਤੇ ਪੰਜਾਬੀਅਤ ਦਾ ਕਵੀ ਹੋਣ ਦਾ ਇਸ ਨੂੰ ਮਾਣ ਪ੍ਰਾਪਤ ਹੋਇਆ ਗਾ। ਉਸ ਦੀ ਕਵਿਤਾ ਵਿੱਚ ਆਪ ਮੁਹਾਰਾ ਵੇਗ ਹੈ। ਇਸ ਤੋਂ ਬਿਨਾਂ ਉਸ ਦੀ ਕਵਿਤਾ ਦੇ ਜਿਹੜੇ ਵਿਸ਼ੇ ਨੇ ਉਹਦੇ ਵਿੱਚ ਨਿੱਜੀ ਬਲਬਲਾ ਜਿਹੜਾ ਕੀ ਆ ਉਹ ਪ੍ਰਬਲ ਹੈ। ਅਗਲਾ ਜਿਹੜਾ ਵਿਸ਼ਾ ਗਾ ਉਹ ਹੈ ਉਸ ਦੀ ਕਵਿਤਾ ਵਿੱਚ ਪ੍ਰਕਿਰਤੀ ਦਾ ਅਦਭੁਤ ਵਰਣਨ ਹੋਇਆ ਗਾ। ਉਸ ਦੀਆਂ ਕਵਿਤਾਵਾਂ ਦਾ ਜਿਹੜਾ ਹੋਰ ਕੀ ਕੁਝ ਆ? ਖੁੱਲ੍ਹ ਅਤੇ ਸੁਤੰਤਰਤਾ ਦਾ ਆਸ਼ਕ ਰਿਹਾ ਗਾ ਉਹ। ਸਾਹਿਤ ਰਚਨ ਸਮੇਂ ਖੁੱਲ੍ਹ ਦੀ ਪ੍ਰਵਿਰਤੀ ਅੰਗ ਸੰਗ ਰਹਿੰਦੀ ਹੈ। ਕਿਹੜੀ ਪ੍ਰਵਿਰਤੀ ਆ ਜਿਹੜੀ ਕਿ ਸਾਹਿਤ ਰਚਨਾ ਕਰਨ ਸਮੇਂ ਪ੍ਰੋਫੈਸਰ ਪੂਰਨ ਸਿੰਘ ਦੇ ਅੰਗ ਸੰਗ ਰਹਿੰਦੀ ਹੈ? ਤਾਂ ਉਹ ਹੈ ਖੁੱਲ੍ਹ ਦੀ ਪ੍ਰਵਿਰਤੀ। ਜਾਪਾਨ ਵਿੱਚ ਰਹਿੰਦਿਆਂ ਉੱਥੋਂ ਦੇ ਸਾਹਿਤ, ਕਲਾ, ਸੱਭਿਆਚਾਰ ਦਾ ਵਿਸ਼ੇਸ਼ ਪ੍ਰਭਾਵ ਕਬੂਲਿਆ ਸੀ। ਜਾਪਾਨ ਦੇ ਵਿੱਚ ਰਹਿੰਦਿਆਂ, ਠੀਕ ਆ, ਤਾਂ ਉਸਨੇ ਕਿਹੜੇ ਹੋਰ ਦੇਸ਼ ਦੀ ਯਾਤਰਾ ਕੀਤੀ ਸੀ? ਜਾਪਾਨ ਦੀ। ਅਤੇ ਉੱਥੋਂ ਕਿਹੜੇ ਧਰਮ ਦੇ ਨਾਲ ਜੁੜਿਆ ਸੀ ਜਾਂ ਕਿਹਦਾ ਪ੍ਰਭਾਵ ਕਬੂਲਦਾ? ਤਾਂ ਬੁੱਧ ਮਤ ਦਾ। ਯਾਦ ਰੱਖਣਾ। ਪੰਜਾਬੀ ਦਾ ਕਿਹੜਾ ਕਵੀ ਹੋਇਆ ਗਾ ਜਿਹੜਾ ਕਿ ਬੁੱਧ ਮਤ ਤੋਂ ਪ੍ਰਭਾਵਿਤ ਸੀ ਜਾਂ ਉਹਦਾ ਪ੍ਰਭਾਵ ਨੂੰ ਕਬੂਲਿਆ ਸੀ? ਇਸ ਤਰ੍ਹਾਂ ਵੀ ਕੁਐਸਚਨ ਪੁੱਛਿਆ ਜਾ ਸਕਦਾ। ਉਹ ਸੀ ਪ੍ਰੋਫੈਸਰ ਪੂਰਨ ਸਿੰਘ। ਹਾਂਜੀ, ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਨੇ ਅਤੇ ਇਹਨਾਂ ਨੂੰ ਆਪਣੀ ਕਾਪੀ 'ਤੇ ਨੋਟ ਕਰ ਲੈਣਾ। ਹਾਂਜੀ, ਅਗਲਾ ਜਿਹੜਾ ਪ੍ਰਸ਼ਨ ਆ ਵਿਦਾਂਤ ਵੱਲ ਹੋਣਾ ਕਿਸ ਤੋਂ ਪ੍ਰਭਾਵਿਤ ਹੋਇਆ ਸੀ? ਇਹ ਸਵਾਮੀ ਰਾਮ ਤੋਂ। ਬੁੱਧ ਧਰਮ ਜਦੋਂ ਇਹਨੇ ਧਾਰਨ ਕੀਤਾ ਤਾਂ ਵਿਦਾਂਤ ਵੱਲ ਹੋਣਾ ਕਿਸ ਵਿਅਕਤੀ ਤੋਂ ਪ੍ਰਭਾਵਿਤ ਹੋ ਕੇ ਇਹਨੇ ਮਤਲਬ ਕਿ ਇਸ ਸਾਹਿਤ ਧਰਮ ਦੇ ਨਾਲ ਜੁੜਿਆ ਸੀ? ਤਾਂ ਸਵਾਮੀ ਰਾਮ ਤੋਂ। ਕਿਹੜਾ ਪਹਿਲਾਂ ਕੀ ਸੀ ਇਹ? ਬੁੱਧ ਧਰਮ ਅਤੇ ਸਿੱਖ ਸੀਗਾ, ਠੀਕ ਆ। ਪੱਛਮੀ ਸਾਹਿਤ ਦਾ ਇਹਨੇ ਅਧਿਐਨ ਕੀਤਾ ਸੀ। ਕਿਹੜੇ ਪੱਛਮੀ ਸਾਹਿਤਕਾਰ ਸਨ ਜਿਨ੍ਹਾਂ ਦਾ ਇਹਨੇ ਪ੍ਰਭਾਵ ਕਬੂਲਿਆ ਸੀ? ਯਾਦ ਰੱਖਣਾ ਵਾਲਟ ਵਿਟਮੈਨ, ਸ਼ੈਲੇ, ਕਾਰਲਾਈਲ। 1912 ਵਿੱਚ ਸਿਆਲਕੋਟ ਵਿਖੇ ਇੱਕ ਕਾਨਫਰੰਸ ਹੋਈ ਸੀ ਜਿਸ ਦੇ ਵਿੱਚ ਉਹ ਭਾਈ ਵੀਰ ਸਿੰਘ ਜੀ ਵੀ ਉਸਦੇ ਨਾਲ ਸਨ। ਉਹ ਕਿਹੜੀ ਕਾਨਫਰੰਸ ਸੀ? ਉਹ ਸੀ ਸਿੱਖ ਐਜੂਕੇਸ਼ਨ ਕਾਨਫਰੰਸ। ਕਿੱਥੇ ਹੋਈ ਸੀ? ਸਿਆਲਕੋਟ ਦੇ ਵਿੱਚ। ਕਦੋਂ ਹੋਈ ਸੀ? 1912 ਦੇ ਵਿੱਚ।
ਕਿਹੜਾ ਪੰਜਾਬੀ ਕਵੀ ਸੀ ਜਿਹੜਾ ਕਿ ਪ੍ਰੋਫੈਸਰ ਪੂਰਨ ਸਿੰਘ ਦੇ ਨਾਲ ਸੀ? ਤਾਂ ਉਹ ਸੀ ਭਾਈ ਵੀਰ ਸਿੰਘ, ਅਤੇ ਇਸ ਸਮੇਂ ਉਹ ਸਿੱਖ ਸੱਜ ਗਿਆ ਸੀ। ਸਿੱਖ ਪ੍ਰਭਾਵ ਸਿੱਖ ਸੱਜ ਗਿਆ ਸੀ। ਠੀਕ ਆ। ਕੌਮਾਂਤਰੀ ਪੱਧਰ 'ਤੇ ਕਵਿਤਾ ਲਿਖਣ ਦਾ ਸਿਹਰਾ ਕਿਸ ਨੂੰ ਪ੍ਰਾਪਤ ਹੋਇਆ ਗਾ? ਉਹ ਵੀ ਪ੍ਰੋਫੈਸਰ ਪੂਰਨ ਸਿੰਘ ਨੂੰ ਹੋਇਆ। ਕੌਮਾਂਤਰੀ ਪੱਧਰ 'ਤੇ ਸਿਹਰਾ ਲਿਖਣ, ਵੈਰੀ ਇੰਪੋਰਟੈਂਟ ਕੁਐਸਚਨ ਆ। ਪ੍ਰੋਫੈਸਰ ਪੂਰਨ ਸਿੰਘ ਨੇ ਕਿੰਨੇ ਕਾਵਿ ਸੰਗ੍ਰਹਿ ਰਚੇ ਸੀ? ਖੁੱਲ੍ਹੇ ਮੈਦਾਨ, ਖੁੱਲ੍ਹੇ ਘੁੰਡ, ਖੁੱਲ੍ਹੇ ਅਸਮਾਨੀ ਰੰਗ। ਜਿਹੜੇ ਇਹਦੇ 2 ਕਾਵਿ ਸੰਗ੍ਰਹਿ ਆ ਇਹ ਤਾਂ ਪਹਿਲਾਂ ਪ੍ਰਕਾਸ਼ਿਤ ਹੋ ਚੁੱਕੇ ਸੀ, ਪਰ ਜਿਹੜੇ ਖੁੱਲ੍ਹੇ ਅਸਮਾਨੀ ਰੰਗ ਆ ਇਹ ਇਹਦਾ ਮੌਤ ਉਪਰੰਤ ਪ੍ਰਕਾਸ਼ਿਤ ਹੋਇਆ ਸੀ। ਖੁੱਲ੍ਹੇ ਘੁੰਡ ਦੇ ਵਿੱਚ 4 ਭਾਗਾਂ ਵਿੱਚ ਵੰਡੀ ਜਾ ਸਕਦੀ ਹੈ ਉਹਦੀ ਕਵਿਤਾ। ਜਿਹੜੀ ਖੁੱਲ੍ਹੇ ਘੁੰਡ ਕਾਵਿ ਸੰਗ੍ਰਹਿ ਆ ਉਹ 4 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ, ਅਤੇ ਖੁੱਲ੍ਹੇ ਅਸਮਾਨੀ ਰੰਗ ਉਹਦੇ ਮੌਤ ਉਪਰੰਤ ਪ੍ਰਕਾਸ਼ਿਤ ਹੋਇਆ ਸੀ। ਅਤੇ ਉਹਦੀਆਂ ਜਿਹੜੀਆਂ ਬਹੁਤ ਹੀ ਮਹੱਤਵਪੂਰਨ ਕਵਿਤਾਵਾਂ ਨੇ ਉਹ ਨੇ ਪਸ਼ੂ ਚਰਦੇ, ਖੂਹ ਉੱਤੇ, ਕ੍ਰਿਸ਼ਨ ਜੀ। ਯਾਦ ਰੱਖਣਾ, ਕਈ ਵਾਰ ਪੇਪਰ ਦੇ ਵਿੱਚ ਕਵਿਤਾ ਵੀ ਪੁੱਛ ਲਈ ਜਾਂਦੀ ਹੈ ਵੀ ਇਹ ਕਵਿਤਾ ਕਿਸ ਕਵੀ ਦੀ ਹੈ। ਉਹ ਕਿਹੜਾ ਪੰਜਾਬੀ ਕਵੀ ਹੈ ਜਿਸ ਨੇ 3 ਭਾਸ਼ਾਵਾਂ ਦੇ ਵਿੱਚ ਕਵਿਤਾ ਰਚੀ? ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਵਿੱਚ। ਉਹ ਹੈ ਪ੍ਰੋਫੈਸਰ ਪੂਰਨ ਸਿੰਘ। ਪੂਰਨ ਸਿੰਘ ਦੀਆਂ ਜਿਹੜੀਆਂ ਕਵਿਤਾਵਾਂ ਨੇ ਦਰਿਆ ਕਿਨਾਰੇ, ਦੇਸ਼ ਨੂੰ ਅਸੀਸ ਸਾਡੀ ਗਰੀਬਾਂ ਦੀ, ਬਸੰਤ, ਸੋਹਣੀ ਦੀ ਝੁੱਗੀ, ਪੰਜਾਬ ਬਾਰ ਦੀ ਬਲੋਚ ਦੀ ਧੀ, ਗਰਾਂ ਦਾ ਨਿੱਕਾ ਚੂਚਾ, ਇਹ ਉਹਨਾਂ ਦੀਆਂ ਕੀ ਨੇ? ਕਵਿਤਾਵਾਂ ਨੇ। ਇਹ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਨੇ, ਅਤੇ ਇਹ ਮਾਸਟਰ ਕੇਡਰ ਦੇ ਪੇਪਰ ਦੇ ਵਿੱਚ ਕਵਿਤਾਵਾਂ ਵੀ ਪੁੱਛ ਲਈਆਂ ਜਾਂਦੀਆਂ ਨੇ। ਇਹਨਾਂ ਦਾ ਜਿਹੜਾ ਜਨਮ ਹੋਇਆ ਸੀ, ਕਈ ਵਾਰ ਮਾਸਟਰ ਕੇਡਰ ਪੇਪਰ ਦੇ ਵਿੱਚ ਆ ਜਾਂਦਾ। ਪ੍ਰੋਫੈਸਰ ਪੂਰਨ ਸਿੰਘ ਦਾ ਜਨਮ ਕਦੋਂ, ਕਿੱਥੇ ਹੋਇਆ? ਤਾਂ 1881 ਈਸਵੀ ਦੇ ਵਿੱਚ ਹੋਇਆ ਸੀ। ਪਿੰਡ ਕਿਹੜਾ ਸੀ? ਸਲਹੱਡ। ਜ਼ਿਲ੍ਹਾ ਕਿਹੜਾ ਸੀ? ਐਬਟਾਬਾਦ। ਕਿੱਥੇ ਪੈਂਦਾ ਗਾ? ਪਾਕਿਸਤਾਨ ਦੇ ਵਿੱਚ। ਮਾਤਾ ਦਾ ਨਾਮ ਕੀ ਸੀ ਇਹਨਾਂ ਦੀ ਦਾ? ਪਰਮਾ ਦੇਵੀ। ਪਿਤਾ ਦਾ ਨਾਮ ਸੀ ਕਰਤਾਰ ਸਿੰਘ। ਅਤੇ ਪੰਜਾਬੀ ਦੀ ਪਹਿਲੀ ਖੁੱਲ੍ਹੀ ਕਵਿਤਾ ਲਿਖਣ ਦਾ ਮਾਣ ਕਿਹਨੂੰ ਪ੍ਰਾਪਤ ਹੋਇਆ ਗਾ? ਪੰਜਾਬੀ ਦੇ ਵਿੱਚ ਪਹਿਲੀ ਖੁੱਲ੍ਹੀ ਕਵਿਤਾ ਲਿਖਣ ਦਾ ਮਾਣ ਪ੍ਰਾਪਤ ਹੋਇਆ ਗਾ ਪ੍ਰੋਫੈਸਰ ਪੂਰਨ ਸਿੰਘ ਨੂੰ। ਅਤੇ ਕਿਹੜੀ ਕਵਿਤਾ ਸੀ? ਪੂਰਨ ਨਾਥ ਜੋਗੀ। ਜਿਹਦੀ ਪਹਿਲੀ ਕਵਿਤਾ ਸੀ ਉਹਦੇ ਵਿੱਚ ਉਹਨਾਂ ਨੇ ਖੁੱਲ੍ਹੀ ਕਵਿਤਾ ਜਿਹੜੀ ਲਿਖੀ ਸੀ, ਤਾਂ ਉਸ ਕਵਿਤਾ ਦਾ ਨਾਮ ਕੀ ਸੀ? ਪੂਰਨ ਨਾਥ ਜੋਗੀ। ਘਾਹ ਦੀਆਂ ਪੱਤੀਆਂ ਕਵਿਤਾ ਜਿਹੜੀ ਪ੍ਰੋਫੈਸਰ ਪੂਰਨ ਸਿੰਘ ਦੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਕਵਿਤਾ ਗਈ, ਇਹ ਕੀ ਤੋਂ ਪ੍ਰਭਾਵਿਤ ਹੋ ਕੇ ਲਿਖੀ ਸੀ? ਵਾਲਟ ਵਿਟਮੈਨ ਤੋਂ ਪ੍ਰਭਾਵਿਤ ਹੋ ਕੇ। ਕਿਹੜੇ ਅੰਗਰੇਜ਼ੀ ਵਿਦਵਾਨ ਤੋਂ ਪ੍ਰਭਾਵਿਤ ਹੋ ਕੇ ਘਾਹ ਦੀਆਂ ਪੱਤੀਆਂ ਕਵਿਤਾ ਲਿਖੀ ਸੀ ਪ੍ਰੋਫੈਸਰ ਪੂਰਨ ਸਿੰਘ ਨੇ? ਤਾਂ ਨਾਮ ਪੁੱਛਿਆ ਜਾ ਸਕਦਾ ਗਾ, ਉਹ ਹੈ ਵਾਲਟ ਵਿਟਮੈਨ। ਮੌਤ ਹੋਈ ਸੀ 31 ਮਾਰਚ 1931 ਨੂੰ। ਕਿੱਥੇ ਹੋਈ ਸੀ? ਦੇਹਰਾਦੂਨ ਦੇ ਵਿਖੇ। ਇੱਕ ਇਹਨਾਂ ਦਾ ਨਿਬੰਧ ਸੰਗ੍ਰਹਿ ਆ ਖੁੱਲ੍ਹੇ ਲੇਖ। ਕਿਹੜਾ ਧਰਮ ਇਹਨਾਂ ਨੇ ਤੋਂ ਇਹ ਪ੍ਰਭਾਵਿਤ ਹੋਏ ਸੀ, ਗ੍ਰਹਿਣ ਕੀਤਾ ਸੀ? ਉਹ ਸੀ ਬੁੱਧ ਜੀ ਦਾ ਬੁੱਤ ਸੀਗਾ, ਧਿਆਨੀ ਬੁੱਤ। ਠੀਕ ਆ। ਬੁੱਧ ਧਰਮ ਇਹਨਾਂ ਨੇ ਕਬੂਲਿਆ ਸੀ। ਠੀਕ ਆ। ਬੁੱਧ ਜੀ ਦਾ ਜਿਹੜਾ ਬੁੱਤ ਸੀ ਅਤੇ ਧਿਆਨੀ ਬੁੱਧ, ਇਹ ਜਿਹੜੀਆਂ ਕਵਿਤਾਵਾਂ ਨੇ ਇਹ ਖੁੱਲ੍ਹੇ ਘੁੰਡ ਕਾਵਿ ਸੰਗ੍ਰਹਿ ਦੇ ਵਿੱਚ ਸ਼ਾਮਲ ਨੇ। ਬੁੱਧ ਧਰਮ ਦੇ ਨਾਲ ਸੰਬੰਧਿਤ ਇਹਨਾਂ ਨੇ ਇਹ ਕਵਿਤਾਵਾਂ ਲਿਖੀਆਂ ਸੀ। ਕ੍ਰਿਸ਼ਨ ਜੀ, ਪੰਜਾਬ ਦੇ ਦਰਿਆ, ਪਸ਼ੂ ਚਰਦੇ ਹਨ, ਹਲ ਵਾਹੁਣ ਵਾਲੇ। ਕ੍ਰਿਸ਼ਨ ਜੀ, ਪੰਜਾਬ ਦੇ ਦਰਿਆ, ਪਸ਼ੂ ਚਰਦੇ ਹਨ ਅਤੇ ਹਲ ਵਾਹੁਣ ਵਾਲੇ, ਇਹ ਕਿਹੜੇ ਕਾਵਿ ਸੰਗ੍ਰਹਿ ਦੇ ਵਿੱਚ ਦਰਜ ਨੇ ਇਹ ਕਵਿਤਾਵਾਂ? ਤਾਂ ਇਹ ਨੇ ਖੁੱਲ੍ਹੇ ਮੈਦਾਨ ਦੇ ਵਿੱਚ। ਠੀਕ ਆ। ਬੁੱਧ ਜੀ ਦਾ ਬੁੱਤ ਅਤੇ ਧਿਆਨੀ ਬੁੱਧ, ਇਹ ਕਿਹੜੇ 'ਚ ਆ? ਖੁੱਲ੍ਹੇ ਘੁੰਡ। ਅਤੇ ਕਈ ਵਾਰ ਕਾਵਿ ਸੰਗ੍ਰਹਿ ਦੇ ਕੇ
ਕਵਿਤਾ ਦਾ ਨਾਮ ਪੁੱਛ ਲਿਆ ਜਾਂਦਾ ਗਾ ਵੀ ਕਿਸ ਕਾਵਿ ਸੰਗ੍ਰਹਿ ਦੇ ਵਿੱਚ। ਆਪਸ਼ਨਾਂ ਦੇ ਦਿੱਤੀਆਂ ਜਾਂਦੀਆਂ ਨੇ ਅਤੇ ਯਾਦ ਰੱਖਣਾ ਇਹ ਕਿਹੜੇ ਕਾਵਿ ਸੰਗ੍ਰਹਿ ਦੇ ਵਿੱਚ ਇਹਨਾਂ ਦੀਆਂ ਕਿਹੜੀਆਂ ਕਵਿਤਾਵਾਂ ਨੇ। ਆਪਾਂ ਇੱਕ ਹੋਰ ਵੀਡੀਓ ਲੈ ਕੇ ਆਵਾਂਗੇ ਜਿਹਦੇ ਵਿੱਚ ਕਿ ਇਹਨਾਂ ਦੇ ਕਾਵਿ ਸੰਗ੍ਰਹਿ ਦੇ ਵਿੱਚ ਕਿੰਨੀਆਂ ਕਵਿਤਾਵਾਂ ਨੇ ਅਤੇ ਉਹਨਾਂ ਕਵਿਤਾਵਾਂ ਦੇ ਕੀ ਨਾਮ ਨੇ। ਹਾਂਜੀ, ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਇਹਨੂੰ ਸ਼ੇਅਰ ਕਰਨਾ, ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਦਬਾ ਲੈਣਾ ਤਾਂ ਜੋ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ। ਇਸ ਚੈਨਲ 'ਤੇ UGC ਨੈੱਟ ਪੰਜਾਬੀ, ਮਾਸਟਰ ਕੇਡਰ ਪੰਜਾਬੀ, ਮਾਸਟਰ ਕੇਡਰ SST ਅਤੇ UGC ਨੈੱਟ ਪੋਲ ਸਾਇੰਸ ਦੀ ਤਿਆਰੀ ਕਰਵਾਈ ਜਾਂਦੀ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ।